हाँ जी, वाहिगुरू जी का खालसा वाहिगुरू जी की फतेह। ਅੱਜ ਜਿਹੜੀ ਗੱਲਬਾਤ ਹੈਗੀ ਆਪਣੀ ਵੀ ਜਿਹੜਾ ਸਾਡੇ ਕਿਸਾਨ ਅੰਦੋਲਨ ਚੱਲ ਰਿਹਾ ਉਹਦੀ ਸਾਡਾ ਵਿਰੋਧੀ ਕੌਣ ਆ ਤੇ ਅਸੀਂ ਵਿਰੋਧੀ ਨੂੰ ਕਿਵੇਂ ਪਛਾਣੀਏ ਉਹਦੇ ਬਾਰੇ ਗੱਲ ਆ। ਤੇ ਜਦੋਂ ਆਪਾਂ ਦੇਖੋ ਦੋ ਤਰ੍ਹਾਂ ਦੀ ਗੱਲ ਹੁੰਦੀ, ਮੈਂ ਕਰ ਰਿਹਾ ਦੋ ਤਰ੍ਹਾਂ ਦੇ ਵਿਰੋਧੀ ਹੁੰਦੇ ਆ। ਇੱਕ ਤਾਂ ਜਿਵੇਂ ਐਜੀਟੇਸ਼ਨ ਚੱਲ ਰਿਹਾ, ਕਿਸਾਨ ਅੰਦੋਲਨ ਚੱਲ ਰਿਹਾ, ਵੱਡੀ ਜੰਗੀ ਪੱਧਰ 'ਤੇ ਚੱਲ ਰਿਹਾ। ਇੱਕ ਤਾਂ ਉਹ ਬੰਦੇ ਆ ਵੀ ਜਿਹੜੇ ਬਿੱਲਾਂ ਨਾਲ ਸਹਿਮਤ ਆ, ਜਿਹੜੇ ਬੰਦੇ ਕਹਿ ਰਹੇ ਬਿੱਲ ਸਹੀ ਆ, ਬਿੱਲਾਂ ਨਾਲ ਸਹਿਮਤ ਆ। ਇੱਕ ਤਾਂ ਉਹ ਵਿਰੋਧੀ ਆ। ਅੱਛਾ, ਜਿਹੜੇ ਉਹ ਵਿਰੋਧੀ ਆ ਜਿਹੜੇ ਸ਼ਰੇਆਮ ਸਾਡਾ ਵਿਰੋਧ ਕਰ ਰਹੇ ਆ, ਮਤਲਬ ਕਿਸਾਨ ਇੱਕ ਪਾਸੇ ਕਿਸਾਨ ਜਥੇਬੰਦੀਆਂ, ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੇ ਮਤਲਬ ਕਿਸਾਨ ਜਥੇਬੰਦੀਆਂ ਬਿੱਲਾਂ ਦੇ ਉਲਟ ਖੜੀਆਂ, ਬਿੱਲ ਰੱਦ ਕਰਾਉਣ ਵਾਲੇ ਪਾਸੇ ਖੜੀਆਂ, ਅਤੇ ਦੂਜੇ ਪਾਸੇ ਉਹ ਬੰਦੇ ਬਿੱਲਾਂ ਦੇ ਹੱਕ 'ਚ ਖੜੇ ਆ, ਉਹ ਬੰਦੇ ਵਿਰੋਧ ਕਰ ਰਹੇ ਆ। ਇੱਕ ਤਾਂ ਉਹ ਵਿਰੋਧੀ ਆ। ਅੱਛਾ, ਉਹ ਵਿਰੋਧੀ ਨਹੀਂ ਸਾਨੂੰ ਉਹਦੇ ਬਾਰੇ ਮਤਲਬ ਉਹ ਵਿਰੋਧੀ ਸਾਨੂੰ ਚਾਹੀਦੇ ਆ, ਕਿਉਂਕਿ ਕੋਈ ਵੀ ਆਪਾਂ ਗੱਲ ਕਰਦੇ ਹਾਂ ਜੇ ਉਹਦੇ ਕੰਪੀਟੀਟਰ ਗੱਲ ਨਾ ਹੋਊ ਨਾ, ਉਹਦੇ ਮਤਲਬ ਵਿਰੋਧ 'ਚ ਗੱਲ ਨਾ ਹੋਊ ਤਾਂ ਉਸ ਗੱਲ ਨੂੰ ਆਪਾਂ ਹੋਰ ਜ਼ਿਆਦਾ ਜ਼ੋਰ ਨਹੀਂ ਦੇ ਸਕਦੇ ਉਹਦੇ। ਆਪਾਂ ਜਦੋਂ ਕੋਈ ਆਪਾਂ ਗੱਲ ਕਰੀਏ ਉਹਦੇ ਜ਼ਿਆਦਾ ਕੋਈ ਮਤਲਬ ਜਦੋਂ ਕੋਈ ਵਿਰੋਧ 'ਚ ਹੋਵੇ ਗੱਲ ਕਰੀਏ ਉਹਦੇ ਮਤਲਬ ਫਿਰ ਅਸੀਂ ਆਪਣੀ ਗੱਲ ਨੂੰ ਹੋਰ ਨਿਖੇੜਨ ਦੀ ਕੋਸ਼ਿਸ਼ ਕਰਦੇ, ਸਾਡਾ ਦਿਮਾਗ ਉਹਨੂੰ ਹੋਰ ਨਿਖੇੜਨ ਦੀ ਕੋਸ਼ਿਸ਼ ਕਰਦਾ। ਇਸ ਲਈ ਉਹ ਵਿਰੋਧੀ ਸਾਡੇ ਜ਼ਰੂਰੀ ਹੈ, ਉਹ ਸਾਨੂੰ ਵਧੀਆ ਬਣਾਉਣਾ ਚਾਹੀਦਾ, ਕਿਉਂਕਿ ਉਹ ਜ਼ਰੂਰੀ ਚਾਹੀਦਾ, ਕਿਉਂਕਿ ਕੁਦਰਤੀ ਆ ਵੀ ਦੋ ਪੱਖ ਤਾਂ ਹੋਣਗੇ ਵੀ ਕੋਈ ਵੀ ਆਪਾਂ ਗੱਲ ਕਰਾਂਗੇ ਇੱਕ ਸਹਿਮਤੀ ਦਾ ਇੱਕ ਅਸਹਿਮਤੀ ਦਾ, ਉਹ ਸਪਸ਼ਟ ਆ। ਅਤੇ ਸਪਸ਼ਟ ਜਦੋਂ ਵਿਰੋਧੀ ਹੋਊ ਨਾ ਫਿਰ ਤੁਹਾਨੂੰ ਵਧੀਆ ਡੀਲ ਕਰਨ ਵੀ ਸੌਖਾ, ਤੁਸੀਂ ਲੱਗੂ ਜਾ ਵੀ ਮੇਰਾ ਵਿਰੋਧੀ ਆ, ਮੈਂ ਇਸ ਪਾਸੇ ਨਹੀਂ ਜਾਣਾ, ਗੱਲ ਖਤਮ ਹੋ ਜਾਂਦੀ ਫਿਰ ਸਾਡੀ। ਅੱਛਾ, ਦੂਜੇ ਵਿਰੋਧੀ ਆ ਬਈ ਜਿਹੜੇ ਸਾਡੇ ਅੰਦਰ ਛੁਪੇ ਹੋਏ ਆ, ਮਤਲਬ ਸਾਡੇ ਨਾਲ ਵੀ ਆ ਅਤੇ ਸਾਡੀਆਂ ਜੜ੍ਹਾਂ ਵੀ ਵੱਢ ਰਹੇ ਆ। ਇੱਕ ਦੂਜੇ ਉਹਨਾਂ ਤੋਂ ਜ਼ਿਆਦਾ ਸਾਬਤ ਹੋਣ ਦੀ ਲੋੜ, ਉਹਨਾਂ ਨੂੰ ਪਛਾਣਨਾ ਪਤਾ ਕਿਵੇਂ ਆ, ਇਸ 'ਤੇ ਗੱਲ ਕਰਨੀ ਆਪਾਂ। ਜਦੋਂ ਤਾਂ ਆਪਣਾ ਦੇਖੋ ਪਹਿਲੀ ਗੱਲ ਤਾਂ ਹੈ ਵੀ ਮੈਂ ਤੁਹਾਨੂੰ ਗੱਲ ਸਮਝਾਵਾਂ ਅਤੇ ਦੇਖੋ ਪਹਿਲੀ ਗੱਲ ਤਾਂ ਦਿਮਾਗ 'ਚ ਸਭ ਤੋਂ ਪਹਿਲਾਂ ਇਹ ਗੱਲ ਪਾਓ ਵੀ ਅਸੀਂ ਜਿਸ ਦੇਸ਼ ਵਿੱਚ ਰਹਿੰਦੇ ਹਾਂ ਇਹ ਇੱਕ ਲੋਕਤੰਤਰੀ ਦੇਸ਼ ਹੈ। ਲੋਕਤੰਤਰ ਢਾਂਚਾ ਕੰਮ ਕਰਦਾ ਵੀ ਲੋਕਾਂ ਦੁਆਰਾ ਸਰਕਾਰ ਚੁਣੀ ਜਾਂਦੀ ਹੈ, ਲੋਕਾਂ ਲਈ ਲੋਕਾਂ ਵਾਸਤੇ ਲੋਕਾਂ ਦੁਆਰਾ ਸਰਕਾਰ ਚੁਣੀ ਜਾਂਦੀ ਹੈ। ਇਸ ਲੋਕਤੰਤਰ ਅੱਛਾ ਲੋਕਤੰਤਰ ਵਿੱਚ ਹੁੰਦਾ ਪਤਾ ਕੀ ਹੈ ਭਾਈ, ਡੈਮੋਕ੍ਰੇਸੀ ਵਿੱਚ ਇਹ ਹੁੰਦਾ ਵੀ ਕੋਈ ਵੀ ਤੁਸੀਂ ਸੰਘਰਸ਼ ਹਥਿਆਰਬੰਦ ਹੋ ਕੇ ਨਹੀਂ ਲੜ ਸਕਦੇ, ਕੋਈ ਵੀ ਸੰਘਰਸ਼ ਹਥਿਆਰਬੰਦ ਹੋ ਕੇ ਲੜ ਸਕਦੇ। ਉਹਦੇ ਵਿੱਚ ਇੱਕ ਤਰੀਕਾ ਹੈ, ਜਾਂ ਤਾਂ ਤੁਸੀਂ ਜਿਵੇਂ ਐਜੀਟੇਸ਼ਨ ਕਰਦੇ ਹੁਣ ਬੰਦੇ ਅੰਦੋਲਨ ਕਰ ਰਿਹਾ ਵੀ ਤੁਸੀਂ ਆਪਦੀ ਗੱਲ ਨੂੰ ਕਹਿਣਾ ਚਾਹੁੰਦੇ, ਪ੍ਰੋਟੈਸਟ ਕੀਤਾ ਜੋ ਗੱਲ ਕੀਤੀ, ਜਾਂ ਤੁਸੀਂ ਇਹ ਵੀ ਆਪਦੀ ਪਾਰਟੀ ਬਣਾਈ ਅਤੇ ਉਹ ਵੱਡੇ ਲੈਵਲ 'ਤੇ ਜਾ ਕੇ ਤੁਸੀਂ ਜਿਵੇਂ ਆਪਣੇ ਉੱਤੇ ਗਏ ਉੱਤੇ ਆਪਣੀ ਗੱਲ ਨੂੰ ਬੁਲੰਦ ਕੀਤਾ ਵੀ ਇੰਟਰਨੈਸ਼ਨਲ ਮੀਡੀਆ 'ਤੇ ਦੱਸਿਆ ਜਾ ਕੇ ਤਰੀਕੇ ਹੈ। ਦੂਜੀ ਗੱਲ ਹੈ ਵੀ ਲੋਕਤੰਤਰ ਦੇ ਵਿੱਚ ਇਹ ਨਹੀਂ ਹੁੰਦਾ ਵੀ ਜਿਵੇਂ ਮੰਨ ਲਓ ਗੱਲ ਵੀ ਵੀ ਖੂਨ ਦਾ ਬਦਲਾ ਖੂਨ ਨਹੀਂ ਹੁੰਦਾ ਕਦੇ ਵੀ। ਜੇ ਕੋਈ ਤੁਹਾਡੇ ਮਾਰ ਜੂਗਾ ਨਾ ਤੁਸੀਂ ਬਰਾਬਰ ਜਾ ਕੇ ਉਹਦੇ ਮਾਰ ਨਹੀਂ ਸਕਦੇ, ਜੇ ਮਾਰ ਲਓਗੇ ਤਾਂ ਕਾਨੂੰਨ ਤੁਹਾਨੂੰ ਸਜ਼ਾ ਦੇਊਗਾ। ਬੇਸ਼ੱਕ ਹੁੰਦਾ ਹੋਵੇ ਪਰ ਡੈਮੋਕ੍ਰੇਸੀ ਵਿੱਚ ਨਹੀਂ ਹੁੰਦਾ। ਡੈਮੋਕ੍ਰੇਸੀ 'ਚ ਇਹ ਆ ਵੀ ਤੁਸੀਂ ਉਹਨਾਂ ਨੇ ਕੀ ਕੀਤਾ ਵੀ ਡੈਮੋਕ੍ਰੇਸੀ ਵਿੱਚ ਸਟੇਟ ਨੇ ਆਪਣੀ ਇੱਕ ਸਿਕਿਉਰਿਟੀ ਰੱਖੀ ਹੋਈ ਹੈ, ਉਹ ਸਿਕਿਉਰਿਟੀ ਜਿਹੜੀ ਪੁਲਿਸ ਸਾਡੀ ਸਭ ਸਟੇਟ ਮਸ਼ੀਨਰੀ ਸਾਡੇ ਕੋਲ ਸਭ ਹੈਗਾ। ਤੁਸੀਂ ਕਦੇ ਵੀ ਇਹ ਨਹੀਂ ਹੋ ਸਕਦਾ ਵੀ ਜਾ ਕੇ ਵੀ ਜੇ ਤੁਹਾਡੇ ਕੋਈ ਘਟਨਾ ਵਾਪਰੀ ਤਾਂ ਜਾ ਕੇ ਤੁਸੀਂ ਵੀ ਉਸ ਤਰੀਕੇ ਨਾਲ ਕਰੋਗੇ ਨਾ, ਤੁਸੀਂ ਆਪਣੀ ਗੱਲ ਕੰਪਲੇਨ ਲੈ ਕੇ ਪੁਲਿਸ ਕੋਲ ਜਾਓਗੇ, ਪੁਲਿਸ ਦੇਖੂਗੀ, ਜੇ ਪੁਲਿਸ ਤੋਂ ਬਾਅਦ ਉਹਦੀ ਚਾਰਜਸ਼ੀਟ ਹੋਊਗਾ ਕਾਨੂੰਨ ਕੋਲ ਜਾਊਗਾ, ਅਦਾਲਤਾਂ 'ਚ ਕੇਸ ਜਾਊਗਾ, ਅਦਾਲਤ ਦੇਖੂਗੀ ਵੀ ਇਹਨੂੰ ਸਜ਼ਾ ਦੇਣੀ ਕਿ ਨਹੀਂ ਦੇਣੀ, ਤੁਹਾਨੂੰ ਨਹੀਂ ਦਿੱਤਾ। ਮੇਰਾ ਕਹਿਣ ਦਾ ਮਤਲਬ ਹੈ ਵੀ ਕੋਈ ਵੀ ਹਿੰਸਾ ਕਰਨ ਦਾ ਹੱਕ ਸਾਨੂੰ ਡੈਮੋਕ੍ਰੇਸੀ 'ਚ ਨਹੀਂ ਮਿਲਦਾ, ਅਸੀਂ ਹਿੰਸਾ ਨਹੀਂ ਕਰ ਸਕਦੇ। ਇਹ ਤੁਸੀਂ ਜਿਹੜੇ ਸਾਡੇ ਪ੍ਰਧਾਨ ਮੰਤਰੀ ਆ ਉਹਨਾਂ ਦੇ ਮੂੰਹੋਂ ਵੀ ਗੱਲ ਸੁਣੀ ਹੋਊਗੀ, ਜਿਹੜੇ ਬੰਦੇ TV ਵੇਖਦੇ ਆ ਸਾਰੇ ਗੱਲਾਂ 'ਤੇ ਨਜ਼ਰ ਰੱਖਦੇ ਆ, ਉਹਨਾਂ ਬੰਦਿਆਂ ਨੇ ਗੱਲ ਦੇਖੀ ਹੋਣੀ ਆ ਵੀ ਪ੍ਰਧਾਨ ਮੰਤਰੀ ਜੀ ਕਹਿ ਰਹੇ ਸੀ ਵੀ ਕਿਸਾਨਾਂ 'ਤੇ ਨਾਂ 'ਤੇ ਹੋ ਰਹੀ ਹਿੰਸਾ ਬਰਦਾਸ਼ਤ ਨਹੀਂ ਕਰਾਂਗੇ, ਲੋਕਤੰਤਰ ਵਿੱਚ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਊਗੀ। ਮਤਲਬ ਕੀ ਹੈ ਵੀ ਅਸੀਂ ਕੋਈ ਵੀ ਗੱਲ ਆ ਲੋਕਤੰਤਰ ਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਲੋਕਤੰਤਰ ਨੂੰ ਸਮਝਣਾ ਹੀ ਪੈਣਾ ਵੱਡੇ ਪੱਧਰ 'ਤੇ। ਜੇ ਅੱਜ ਅਸੀਂ ਲੋਕਤੰਤਰ ਸਮਝਾਂਗੇ ਤਾਂ ਹੀ, ਜੇ ਸਾਡਾ ਅੰਦੋਲਨ ਆ ਜਿਹੜਾ ਸ਼ਾਂਤੀਮਈ ਰਹੂਗਾ, ਜ਼ਾਬਤੇ 'ਚ ਰਹੂਗਾ, ਤਾਂ ਹੀ ਕਰਕੇ ਇਹਦੇ ਦਾ ਜ਼ਿਆਦਾਤਰ ਸਰਕਾਰ 'ਤੇ ਦਬਾਅ ਬਣੂਗਾ, ਕਿਉਂਕਿ ਲੋਕਾਂ ਦੀ ਸਾਡੇ ਨਾਲ ਹਮਦਰਦੀ ਜੁੜੂਗੀ। ਕਿਉਂਕਿ ਜਿੰਨਾ ਤੁਸੀਂ ਸ਼ਾਂਤੀ ਹੋਵੋਗੇ, ਜ਼ਾਬਤੇ 'ਚ ਹੋਵੋਗੇ, ਲੋਕਾਂ ਦੀ ਕੁਦਰਤੀ ਗੱਲ ਆ ਵੀ ਲੋਕਾਂ ਦੀ ਜਿਹੜੀ ਲੋਕ ਰਾਏ ਹੈ ਜਾਂ ਲੋਕਾਂ ਦੀ ਹਮਦਰਦੀ ਫਿਰ ਸਾਡੇ ਨਾਲ ਜੁੜਨੀ ਸ਼ੁਰੂ ਹੋਊਗੀ। ਜੇ ਲੋਕਾਂ ਦੀ ਹਮਦਰਦੀ ਸਾਡੇ ਨਾਲ ਜੁੜਨੀ ਸ਼ੁਰੂ ਹੁੰਦੀ ਆ ਫਿਰ ਗੌਰਮੈਂਟ ਜਿਹੜੀ ਸਰਕਾਰਾਂ ਹੁੰਦੀਆਂ ਉਹਨਾਂ ਵਾਸਤੇ ਔਖਾ ਹੁੰਦਾ, ਕਿਉਂਕਿ ਡੈਮੋਕ੍ਰੇਸੀ 5 ਸਾਲ ਬਾਅਦ ਫਿਰ ਵੋਟਾਂ ਪੈਣੀਆਂ, ਸਰਕਾਰ ਚੁਣਨੀ ਆ। ਜੇ ਲੋਕਾਂ ਦੇ ਦਿਮਾਗਾਂ 'ਚ ਇਹ ਗੱਲ ਜਾ ਵੜਦੀ ਹੈ ਵੀ ਜਿਹੜੀ ਮੌਕੇ ਦੀ ਸਰਕਾਰ ਹੈ ਸਹੀ ਨਹੀਂ ਹੈਗੀ, ਯਾਰ ਇਹਨਾਂ ਨੇ ਧੱਕਾ ਕੀਤਾ, ਤਾਂ ਅਗਲੇ ਸਾਲ ਆਉਣ ਦੀ ਸੰਭਾਵਨਾ ਉਹਦੀ ਘੱਟ ਜਾਂਦੀ ਹੈ, ਫਿਰ ਘੱਟ ਜਾਂਦੀ ਹੈ।
ਅੱਛਾ ਜੇ ਮੰਨ ਲਓ ਅਸੀਂ ਦੂਜੇ ਪਾਸੇ ਹੋ ਜਾਂਦੇ ਹਾਂ, ਮਤਲਬ ਦੂਜੇ ਪਾਸੇ ਹੋ ਗਏ, ਮਤਲਬ ਜਿਵੇਂ ਮੰਨ ਲਓ ਮਾੜੇ ਮਾੜੇ ਸਾਡੇ ਸਾਡੇ ਸੁਭਾਅ 'ਚ ਗਰਮਪੁਣਾ ਆ ਜਾਂਦਾ, ਸਾਡਾ ਮਤਲਬ ਲੜਨ ਵਾਲੇ ਪਾਸੇ ਬੰਦੇ ਹੋ ਗਏ, ਹਥਿਆਰਬੰਦ ਹੋ ਗਏ, ਤਾਂ ਜਿਹੜੀ ਲੋਕ ਰਾਏ ਆ ਹੈ ਨਾ, ਉਹ ਸਾਡੀ ਉਲਟ ਜਾ ਵੜਦੀ, ਉਹ ਸਰਕਾਰ ਦੇ ਪੱਖ ਜੁੜੂਗੀ। ਪਤਾ ਕਿਉਂ? ਦੇਖੋ ਹਰ ਬੰਦਾ ਨਾ, ਜਿਹੜਾ ਬਿਜ਼ਨਸ ਕਰਦਾ, ਕੋਈ ਵੀ ਗੱਲ ਆ, ਉਹ 'ਚ ਭਾਲ ਦਿੰਦਾ ਸਿਕਿਉਰਿਟੀ। ਅੱਛਾ ਸਿਕਿਉਰਿਟੀ ਭਾਲਣ ਕਰਕੇ ਜੇ ਬੰਦੋ ਇਹ ਚੱਲੂਗਾ ਤਾਂ ਉਹਨੂੰ ਲੱਗਣਾ ਵੀ ਯਾਰ ਜੇ ਬੰਦੇ ਇਹ ਆਈ ਰਹੇ ਤਾਂ ਸਾਡੇ ਵਿੱਚ ਤਾਂ ਬੰਦੇ ਦਾ ਔਖਾ ਹੋਣਾ, ਸਾਨੂੰ ਤਾਂ ਰਹਿਣਾ ਔਖਾ ਜਾਊਗਾ, ਤਾਂ ਮੱਲੋ ਜੋਰੀ ਉਹਦੀ ਜਿਹੜੀ ਦੂਜੀ ਪਾਸੇ ਸਰਕਾਰ ਦੇ ਪੱਖ ਸੂਈ ਜਾਊਗੀ। ਚਲੋ ਇਹ ਆਪਾਂ ਡੈਮੋਕ੍ਰੇਸੀ ਗੱਲ ਸਮਝੀ, ਮੈਂ ਤੁਹਾਨੂੰ ਦੱਸੀ ਡੈਮੋਕ੍ਰੇਸੀ ਹੁੰਦੀ ਕੀ ਆ ਮੋਟੀ ਮੋਟੀ ਆਪਾਂ। ਦੂਜੀ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਸੀ ਇਹ ਵੀ ਜਿਹੜੇ ਬੰਦੇ ਸਾਡੇ ਕਿਸਾਨ ਵਿਰੋਧੀ ਆ, ਮਤਲਬ ਅੰਦੋਲਨ ਦੇ ਵਿਰੋਧੀ ਆ, ਉਹਨਾਂ ਨੂੰ ਪਛਾਣੀਏ ਕਿਵੇਂ? ਬਾਈ ਸਿੱਧਾ ਹਿਸਾਬ ਆ ਯਾਰ, ਜਿਹੜਾ ਤਾਂ ਬੰਦਾ ਦੇਖੋ ਜਿਹੜੇ ਆਪਣੇ ਕਿਸਾਨ ਆਗੂ ਜਿਹੜੇ ਕਹਿ ਰਹੇ ਆ ਵੀ ਸ਼ਾਂਤੀ ਬਣਾਈ ਰੱਖੋ, ਜਾਬਤੇ 'ਚ ਰਹੋ, ਸਾਥੋਂ ਬਾਲੀਆਂ ਅਰਥੀਆਂ ਸਾਡੇ ਮੋਢਿਆਂ ਨੇ ਨਹੀਂ ਢੂੰਘਾਂ ਜਾਣੀਆਂ, ਜਿਹੜੇ ਤੁਹਾਨੂੰ ਜਵਾਨੀ ਬਚਾਉਣ ਦੀ ਗੱਲ ਕਰ ਰਹੇ ਆ ਨਾ, ਤੁਹਾਨੂੰ ਦੱਸ ਰਿਹਾ ਵੀ ਆਪੇ ਇੰਜ ਨਹੀਂ ਲੜਿਆ ਜਾਂਦਾ, ਉਹ ਬੰਦੇ ਸਾਡੇ ਹੱਕ ਦੇ ਹੈ। ਜਿਹੜੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਗੱਲ ਕਰ ਰਹੇ ਆ, ਜਿਹੜੇ ਦੱਸ ਰਿਹਾ ਵੀ ਪੰਜਾਬ 'ਚ ਜਵਾਨੀ ਸਾਡੀ ਬਚਣੀ ਚਾਹੀਦੀ ਹੈ। ਦੂਜੇ ਉਹ ਬੰਦੇ ਜਿਹੜੇ ਤੁਹਾਨੂੰ ਭੜਕਾ ਰਹੇ ਆ ਗਾਣਿਆਂ ਰਾਹੀਂ। ਆ ਸਿੰਗਰ ਨਹੀਂ ਭੜਕਾਉਂਦੇ ਗਾਣਿਆਂ ਰਾਹੀਂ, ਕਿਹੋ ਜਿਹੇ ਗਾਣੇ ਲਾਉਂਦੇ ਹੁੰਦੇ ਵੀ ਅਸੀਂ ਝੱਕ ਦਾਂਗੇ, ਅਸੀਂ ਉਹ ਕਰ ਦਾਂਗੇ। ਜਿਹੜੇ ਬੰਦੇ ਸਟੇਜਾਂ 'ਤੇ ਬਹਿ ਕੇ ਉਸ ਚੀਆਂ ਮਾਰ ਕੇ ਨਾਅਰੇ ਲਾਉਂਦੇ ਆ ਵੀ ਉਹ ਕਰ ਦਾਂਗੇ, ਇਸ ਤਾਂ ਚੱਕ ਦਾਂਗੇ, ਦਿੱਲੀ ਵਾਹ ਦਾਂਗੇ, ਇਸ ਤਾਂ ਉਹ ਕਰ ਦਾਂਗੇ, ਤਾਂ ਕਰ ਦਾਂਗੇ, ਅਸੀਂ ਲਾਹ ਢਾਹ ਦਾਂਗੇ, ਉਹ ਬੰਦੇ ਕਿਸਾਨ ਵਿਰੋਧੀ ਬੰਦੇ ਆ ਬਾਈ। ਦੂਜੇ ਉਹ ਬੰਦੇ ਜਿਹੜੇ ਕਹਿ ਰਹੇ ਆ ਵੀ ਅੱਜ ਸਾਨੂੰ ਆਹ ਦੇਖੋ ਸਾਡੀ ਲੜਾਈ ਬਿੱਲਾਂ ਦੀ ਆ, ਜਿਹੜੇ ਕਿਸਾਨਾਂ ਤੋਂ ਪਾਸੇ ਹੋ ਕੇ ਗਏ ਉੱਧਰ ਬੰਦੇ ਦੂਜੇ ਪਾਸੇ ਗਏ ਆ। ਅੱਛਾ ਉਹ ਬੰਦੇ ਹੁਣ ਦੂਜੇ ਪਾਸੇ ਕਹਿ ਰਹੇ ਵੀ ਸਾਨੂੰ ਮਤਲਬ ਉਹਨਾਂ ਨੂੰ ਛਡਾਉਣਾ ਚਾਹੀਦਾ, ਉਹ ਕਰਨਾ ਚਾਹੀਦਾ। ਸਾਡੀ ਜਿਹੜੀ ਲੜਾਈ ਨੂੰ ਕੀਤਾ ਜਾ ਰਿਹਾ ਡਿਵਰਟ ਵੀ ਦੂਜੇ ਪਾਸੇ ਮੋੜਤੀ ਜਾਵੇ, ਉਹ ਬੰਦੇ ਵਿਰੋਧੀ ਬੰਦੇ ਆ, ਉਹਨਾਂ ਨੂੰ ਪਛਾਣਨਾ ਚਾਹੀਦਾ ਵੀ ਇਹ ਬੰਦੇ ਵਿਰੋਧੀ ਆ, ਇਹਨਾਂ ਦੀ ਅਸੀਂ ਗੱਲ ਨਹੀਂ ਸੁਣਨੀ। ਘੱਟੋ ਘੱਟ ਜਿਹੜਾ ਸੋਸ਼ਲ ਮੀਡੀਆ 'ਤੇ ਜਿਹੜੀਆਂ ਪੋਸਟਾਂ ਪੈ ਰਹੀਆਂ ਨਾ, ਸਾਨੂੰ ਘੱਟੋ ਘੱਟ ਉਹਨਾਂ ਬੰਦਿਆਂ ਦਾ ਖਹਿੜਾ ਛੱਡਣਾ ਚਾਹੀਦਾ, ਨਹੀਂ ਉਹਨਾਂ ਨੂੰ ਦੇਣਾ ਚਾਹੀਦਾ ਵੀ ਛੱਡੋ ਪਰ ਇਹਨਾਂ ਬੰਦਿਆਂ ਨੂੰ, ਉਹ ਕਿਸਾਨ ਵਿਰੋਧੀ ਬੰਦੇ ਆ। ਕਿਉਂਕਿ ਉਹ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਹਿ ਕੇ ਹਟਿਆ ਵੀ ਜੇ ਤਾਂ ਕਿਸਾਨ ਅੰਦੋਲਨ ਸ਼ਾਂਤੀਮਈ ਚੱਲੀ ਜਾਂਦਾ ਤਾਂ ਕਿਸਾਨਾਂ ਦੇ ਹੱਕ ਜਾਊਗੀ ਗੱਲ, ਜੇ ਕਿਸਾਨ ਅੰਦੋਲਨ ਸ਼ਾਂਤੀਮਈ ਨਹੀਂ ਚੱਲਦਾ ਤਾਂ ਸਰਕਾਰ ਦੇ ਪੱਖ ਜਾਊਗੀ ਗੱਲ। ਸਰਕਾਰਾਂ ਸਭ ਤੋਂ ਵਧੀਆ ਕੰਮ ਹੈ। ਇਸ ਲਈ ਜ਼ਰੂਰੀ ਹੈ ਵੀ ਅਸੀਂ ਉਹਨਾਂ ਬੰਦਿਆਂ ਨੂੰ ਪਛਾਣੀਏ ਕੌਣ ਆ, ਅਤੇ ਉਹਨਾਂ ਬੰਦਿਆਂ ਨੂੰ ਡਟ ਕੇ ਵਿਰੋਧ ਕਰੀਏ ਵੀ ਨਹੀਂ ਭਾਈ ਤੇਰੇ ਨਾਲ ਸਾਡਾ ਗੱਲ ਕਹਿਣਾ ਚਾਹੀਦਾ। ਉਹਨਾਂ ਬੰਦਿਆਂ ਨੂੰ ਵੀ ਸਿਰ ਤੋਂ ਲਾਉਣਾ ਚਾਹੀਦਾ, ਉਹਨਾਂ ਬੰਦਿਆਂ ਨੂੰ ਵੀ ਨਹੀਂ ਭਾਈ ਤੇਰਾ ਨਹੀਂ ਸਾਡੇ ਨਾਲ ਗੱਲ ਮੁੱਕੀ। ਸਾਨੂੰ ਜਿਹੜਾ ਸਹਿਯੋਗ ਹੈ ਨਾ, ਉਹ ਜੇ ਦੇਣਾ ਨਾ ਅਸੀਂ ਜਾਣਾ ਤਾਂ ਬਿਨਾਂ ਸ਼ਰਤ ਤੋਂ ਦੇਈਏ, ਬਿਨਾਂ ਸ਼ਰਤ ਤੋਂ। ਮੈਂ ਗੱਲ ਤਾਂ ਮੈਂ ਇਸ ਨਹੀਂ ਸੀਗੀ ਵੀ ਜਿਹੜੇ ਆਪਣੇ ਮਤਲਬ ਵੀ ਵਿਰੋਧੀ ਕਿਹੜੇ ਆ, ਜਿਹੜੇ ਬੰਦੇ ਸਾਨੂੰ ਭੜਕਾ ਰਹੇ ਆ, ਜਿਹੜੇ ਕਹਿ ਰਹੇ ਗੱਲ ਹੀ ਕੋਈ ਨਹੀਂ। ਇੱਕ ਜਿਹੜੇ ਬੰਦੇ ਸਾਨੂੰ ਸਾਡੀ ਔਕਾਤ ਯਾਦ ਕਰਾ ਰਹੇ ਵੀ ਇੰਨੀ ਔਕਾਤ ਆ ਸਾਡੀ, ਅਸੀਂ ਇਹ ਤੋਂ ਵੱਧ ਨਹੀਂ ਜਾ ਸਕਦੇ, ਸਾਡੀ ਔਕਾਤ ਤੋਂ ਵੱਡੀਆਂ ਗੱਲਾਂ ਨਾ ਕਰੋ, ਫੁਕਰੀਆਂ ਨਾ ਮਾਰੋ, ਜਾਬਤੇ 'ਚ ਰਹੋ, ਉਹ ਸਾਡੇ ਪੱਖ ਦੇ ਬੰਦੇ ਆ ਜਿਹੜੇ ਸਾਨੂੰ ਦੱਸ ਰਹੇ ਆ ਵੀ ਔਕਾਤ। ਬੇਸ਼ੱਕ ਸਾਡਾ ਨਾ ਪੰਜਾਬੀਆਂ ਦਾ ਸੁਭਾਅ ਹੈ, ਸਾਡੇ ਪੰਜਾਬੀ ਦਾ ਸੁਭਾਅ 'ਚ ਵੱਡੀ ਵੱਡੀ ਪ੍ਰੋਬਲਮ ਮੇਰੇ 'ਚ ਵੀ ਹੋਊਗੀ। ਅਸੀਂ ਨਾ ਜਿਹੜਾ ਬੰਦਾ ਸਾਨੂੰ ਟਿਕਾਉਣ ਦੀਆਂ ਗੱਲਾਂ ਕਰਦਾ ਵੀ ਖੜ੍ਹ ਜਾਓ ਯਾਰ ਕੋਈ ਨਹੀਂ ਸ਼ਾਂਤੀ ਰੱਖੋ, ਵੇਖੋ ਸਾਨੂੰ ਲੱਗਦਾ ਬੁਜ਼ਦਿਲ ਆ, ਇਹ ਤਾਂ ਬੁਜ਼ਦਿਲ ਬੰਦਾ ਜਿਹੜਾ ਇਹ ਕਰ ਰਿਹਾ, ਅਸੀਂ ਉਹਨੂੰ ਵਧੀਆ ਨਹੀਂ ਸਮਝਦੇ। ਅਤੇ ਜਿਹੜਾ ਬੰਦਾ ਕਹਿੰਦਾ ਚੱਕ ਲਓ ਧਰ ਲਓ, ਸਾਨੂੰ ਹਾ ਮੈਂ ਲੱਗਦਾ ਵਧ ਗਿਆ। ਜਦ ਕਿ ਜਿਹੜਾ ਬੰਦਾ ਤੁਹਾਨੂੰ ਚੱਕ ਲਓ ਧਰ ਲਓ ਕਹਿ ਰਿਹਾ ਨਾ, ਸਭ ਤੋਂ ਵੱਧ ਨੁਕਸਾਨ, ਕਿਉਂਕਿ ਉਸ ਬੰਦੇ ਨੇ ਕੀ ਕਰਨਾ ਵੀ ਤੁਹਾਨੂੰ ਲੈ ਕੇ ਜਾਣਾ ਅਤੇ ਆਪ ਪਾਸੇ ਹੋ ਜਾਣਾ, ਔਖਾ ਤੁਹਾਨੂੰ ਹੋ ਜਾਣਾ ਕਿਉਂਕਿ ਉਹਨਾਂ ਬੰਦਿਆਂ ਨੇ ਸਿਰਫ ਇੱਕ ਨੰਬਰ ਲੀਡਰ ਬਣਾਉਣਾ, ਇੱਕ ਲੀਡਰਸ਼ਿਪ ਲੈ ਕੇ ਤੁਹਾਡੇ ਸਿਰ 'ਤੇ ਫਿਰ ਬਹਿਣਾ ਅਤੇ ਫਿਰ ਤੁਹਾਡੇ ਤੋਂ ਰਾਜ ਕਰਨਾ ਅਤੇ ਲਿਆ ਕੇ ਤੁਹਾਨੂੰ ਫਿਰ ਉਸ ਥੱਲੇ ਫਿਰ ਵਾੜਨਾ। ਇਸ ਲਈ ਜ਼ਰੂਰੀ ਆ ਵੀ ਉਹਨਾਂ ਬੰਦਿਆਂ ਨੂੰ ਪਛਾਣਨਾ, ਅਤੇ ਮੈਨੂੰ ਲੱਗਦਾ ਇੰਝ। ਦੂਜੀ ਗੱਲ ਜਿਹੜੀ ਆਪਾਂ ਕਰਨੀ ਸੀਗੀ ਗੁਰੂਆਂ ਦੇ ਇਤਿਹਾਸ ਬਾਰੇ। ਜਦੋਂ ਅੰਦੋਲਨ 'ਤੇ ਬੜੇ ਲੋਕ ਨਾ ਸਟੇਜ 'ਤੇ ਗੁਰੂ ਸਾਹਿਬ ਦੀਆਂ ਗੱਲਾਂ ਕਰਦੇ ਆ ਵੀ ਮਹਾਰਾਜ 10ਵੇਂ ਪਾਤਸ਼ਾਹ ਦੀਆਂ ਗੱਲਾਂ ਕਰਦੇ ਆ ਵੀ ਇੰਝ ਗੁਰੂ ਸਾਹਿਬ ਨੇ ਇੰਝ। ਅੱਛਾ ਜਦੋਂ ਗੁਰੂਆਂ ਨੂੰ ਆਪਾਂ ਸਮਝ ਨਹੀਂ ਰਹੇ ਗੱਲ, ਸਿਰਫ ਇੱਕ ਸੁਣੀ ਸੁਣਾਈ ਗੱਲ ਕਰ ਰਹੇ ਹਾਂ। ਦੇਖੋ ਜਦੋਂ ਸਾਰੇ ਗੁਰ ਇਤਿਹਾਸ ਵੱਲ 'ਚ ਨਿਗਾਹ ਮਾਰਦੇ ਨਾ ਆਪਾਂ, ਤੁਸੀਂ ਸਾਰੇ 10 ਪਾਤਸ਼ਾਹਾਂ ਦਾ ਇਤਿਹਾਸ ਵੇਖੋਗੇ ਅਤੇ ਇੱਕ ਪਾਸੇ ਪੁਜਾਰੀ ਦਾ ਵੇਖੋਗੇ।
ਪੁਜਾਰੀ ਦਾ ਇੱਕ ਧਰਮ ਦੀ ਇੱਕ ਵੱਖਰੀ ਵਿਚਾਰਧਾਰਾ ਸੀ। ਧਰਮ ਕਿਉਂਕਿ ਜਿਹੜਾ ਅਸੀਂ ਜਿੱਥੇ ਆਪਾਂ ਰਹਿੰਦੇ ਸੀ ਉੱਥੇ ਸਮਾਜ ਦੇ ਵਿੱਚ ਇੱਕ ਵੰਨ ਵੰਡ ਦਾ ਸਮਾਜ ਸੀਗਾ, ਮਤਲਬ ਜਾਤ ਪਾਤ 'ਚ ਵੰਡਿਆ ਹੋਇਆ ਸੀਗਾ। ਸਤੀ ਪ੍ਰਥਾ ਕਹਿ ਲਈਏ, ਛੂਤ ਛਾਤ ਸੀ, ਕਿੰਨਾ ਕੁਛ ਸੀਗਾ। ਗੁਰੂ ਸਾਹਿਬ ਨੇ ਆ ਕੇ ਕੀ ਕੀਤਾ, ਇੱਕ ਵਿਚਾਰਧਾਰਾ, ਉਸ ਵਿਚਾਰਧਾਰਾ ਦੇ ਉਲਟ ਇੱਕ ਆਪਣੀ ਵਿਚਾਰਧਾਰਾ ਦਿੱਤੀ ਹੈ। ਦਿੱਤੀ ਨਹੀਂ ਵਿਚਾਰਧਾਰਾ, ਉਹਨੂੰ ਲਾਗੂ ਕੀਤਾ ਹੈ। ਇੱਕ ਲਾਗੂ ਕਰਕੇ ਆਪਣੀ ਨਗਰ ਵਸਾਇਆ ਗੁਰੂ ਸਾਹਿਬ ਨੇ। ਕਰਤਾਰਪੁਰ ਵਸਾਇਆ, ਗੋਬਿੰਦਪੁਰ ਵਸਾਇਆ, ਖਡੂਰ ਸਾਹਿਬ ਵਸੇ, ਅਨੰਦਪੁਰ ਸਾਹਿਬ ਵਸਿਆ। ਅਤੇ ਉੱਥੇ ਜਿਹੜੀ ਦੇਖੋ ਅੱਜ ਅਸੀਂ ਡੈਮੋਕ੍ਰੇਸੀ ਨੂੰ ਮੰਨਦੇ ਨਾ, ਜਿੱਥੇ ਡੈਮੋਕ੍ਰੇਸੀ 'ਚ ਜਿਵੇਂ ਬਾਹਰਲੇ ਕੰਟਰੀ 'ਚ ਆਪਾਂ ਜਾਂਦੇ ਹਾਂ ਵੀ ਜਿੱਥੇ ਜਾਤ ਪਾਤ ਹੀ ਨਹੀਂ ਗੀ, ਬੰਦੇ ਦੇ ਮਤਲਬ ਕਹਿ ਲਈਏ ਵੀ ਉਹਦੀ ਯੋਗਤਾ ਅਨੁਸਾਰ ਉਹਨੂੰ ਵੀ ਮਿਲ ਰਹੀ ਹੈ, ਨੌਕਰੀ ਮਿਲ ਰਹੀ ਆ, ਜਾਂ ਉਹਨੂੰ ਯੋਗਤਾ ਅਨੁਸਾਰ ਉਹਨੂੰ ਕੰਮ ਮਿਲ ਰਿਹਾ। ਉਹ ਗੱਲ ਗੁਰੂ ਸਾਹਿਬ ਨੇ ਆਪਣੇ ਨਗਰਾਂ 'ਚ ਲਾਗੂ ਕੀਤੀ ਸੀ। ਜਿਹੜੀ ਅੱਜ ਡੈਮੋਕ੍ਰੇਸੀ ਦਾ ਰੂਪ ਦੇਖ ਰਹੇ ਨਾ ਅਸੀਂ, ਉਹ ਕਿਸੇ ਟਾਈਮ ਸਾਡੇ ਗੁਰੂ ਸਾਹਿਬ ਨੇ ਵੀ ਸਾਡੇ ਪਾਸੇ ਸ਼ੁਰੂ ਕੀਤੀ ਆ। ਉੱਧਰ ਤਾਂ ਚਲੋ ਪਹਿਲਾਂ ਹੋਈ ਹੋਣੀ ਆ ਪਰਲੇ ਪਾਸੇ, ਪਰ ਸਾਡੇ ਪਾਸੇ ਪਹਿਲੇ ਇਨਸਾਨ ਗੁਰੂ ਸਾਹਿਬ ਸੀਗੇ ਜਿਨ੍ਹਾਂ ਨੇ ਆ ਕੇ ਜਾਤ ਪਾਤ ਦਾ ਇੱਕੋ ਜਿਹਾ ਤਖਤ 'ਤੇ ਬੈਠੇ, ਤਖਤ ਦੇ ਲਾਇਕ ਦੀਆਂ ਗੱਲਾਂ ਕੀਤੀਆਂ ਵੀ ਬੰਦੇ 'ਚ ਮਤਲਬ ਉਹ ਡੈਮੋਕ੍ਰੇਸੀ ਦੀ ਗੱਲ ਕੀ ਹੋਈ ਆ। ਮੇਰਾ ਕਹਿਣ ਤੋਂ ਭਾਵ ਮਨ ਕਹਿਣਾ ਕਿੰਨਾ ਵੀ ਜਦੋਂ ਗੁਰ ਇਤਿਹਾਸ ਆਪਾਂ ਵੇਖਦੇ ਹਾਂ ਸਾਰੇ ਵੱਲ, ਤਾਂ ਗੁਰੂ ਸਾਹਿਬ ਨੇ ਨਗਰ ਵਸਾਏ ਆ। ਉਸ ਟਾਈਮ ਕੀ ਸੀ ਵੀ ਉਸ ਟਾਈਮ ਦੀ ਆ ਵੀ ਰਾਜਾਸ਼ਾਹੀ ਸੀਗੀ, ਵੀ ਜਿੱਥੇ ਬੰਦੇ ਦਾ ਜੀਤ ਹੁੰਦਾ ਸੀਗਾ ਉਹ ਝੰਡਾ ਕੱਢ ਲੈਂਦਾ ਸੀ ਬੰਦਾ, ਅਤੇ ਆਪਦੀ ਫੌਜ ਇਕੱਠੀ ਕਰਕੇ ਆਪਣਾ ਕਿਲ੍ਹਾ ਖੜਾ ਕਰ ਲੈਂਦਾ ਸੀਗਾ, ਅਤੇ ਉਹਦੇ ਵਾਸਤੇ ਜ਼ਰੂਰੀ ਵੀ ਉਹ ਹੁੰਦਾ ਸੀਗਾ। ਤੁਸੀਂ 10ਵਾਂ ਪਾਤਸ਼ਾਹ ਦਾ ਇਤਿਹਾਸ ਵੇਖੋਗੇ, ਸਾਰਾ ਦੇਖੋਗੇ, ਕਿਤੇ ਵੀ ਗੁਰੂ ਸਾਹਿਬ ਕਿਤੇ ਲੜਨ ਨਹੀਂ ਗਏ, ਅਗਲਾ ਉਹਨਾਂ ਨਾਲ ਲੜਨ ਆਇਆ ਹੈ। ਪਤਾ ਕਿਉਂ? ਕਿਉਂਕਿ ਇੱਕ ਗੁਰੂ ਸਾਹਿਬ ਨੇ ਕੀ ਕੀਤਾ ਵੀ ਇੱਕ ਨਗਰ ਵਸਾ ਕੇ ਉਹਨਾਂ ਨੂੰ ਚਲਾ ਕੇ ਵਿਖਾਤਾ ਵੀ ਇੰਝ ਚੱਲਣੀ ਚਾਹੀਦੀ ਹੈ। ਹੁਣ ਜਦੋਂ ਦੇਖੋ ਹੁਣ ਯਾਰ MLA ਲਾ ਲਈਏ ਆਪਾਂ, ਆਪਣੇ ਕਿੰਨੇ MLA ਬਣਦੇ ਆ, ਮੰਤਰੀ ਬਣਦੇ ਆ, ਉਹਨਾਂ 'ਚੋਂ ਜੇ ਮੰਨ ਲਓ ਇੱਕ MP ਇਮਾਨਦਾਰੀ ਨਾਲ ਕੰਮ ਕਰਕੇ ਤੇ ਆਪਦਾ ਇਲਾਕਾ, ਜਾਂ ਇੱਕ ਸਰਪੰਚ ਲਾ ਲਈਏ, ਇਲਾਕਾ ਵਧੀਆ ਬਣਾ ਕੇ ਲੈ ਜੇ, ਦੂਜੇ ਜਿਹੜੇ ਬੰਦੇ ਖਾ ਰਹੇ ਹੋਣਗੇ ਉਹ ਤਾਂ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਨਗੇ ਨਾ ਵੀ ਤੂੰ ਬਹਿ ਜਾ ਚੁੱਪ ਕਰਕੇ, ਵੀ ਸਾਡਾ ਵੀ ਖਾਣ ਮਾਰੇਗਾ। ਉਸ ਤਰੀਕੇ ਨਾਲ ਗੁਰੂ ਸਾਹਿਬ ਨੇ ਇੱਕ ਨਗਰ ਵਸਾ ਕੇ ਚਲਾ ਕੇ ਵਿਖਾਤੇ ਲੋਕਾਂ ਨੂੰ ਵੀ ਇਹੋ ਜਿਹਾ ਮਾਡਲ ਬਣਾਤਾ ਵੀ ਇਹੋ ਜਿਹਾ ਚਾਹੀਦਾ ਬਣਨਾ ਸਟੇਟ, ਆਹ ਸਟੇਟ ਇਹੋ ਜਿਹੀ ਬਣਨੀ ਚਾਹੀਦੀ ਹੈ। ਐਂ ਹੁੰਦੀ ਗੱਲ ਚੱਲਦੇ, ਰਾਜ ਐਂ ਚੱਲਦੇ ਹੁੰਦੇ। ਹੁਣ ਜਦੋਂ ਇੰਝ ਬਣਾਇਆ ਤਾਂ ਲੋਕੀ ਨੂੰ ਲੜਨਾ ਹੀ ਕੁਦਰਤੀ ਗੱਲ। ਜਿਹੜੇ ਦੂਜੇ ਪਾਸੇ ਵਿਚਾਰਧਾਰਾ ਵਾਲੇ ਬੰਦੇ ਸੀ, ਜਿਹੜੇ ਜਾਤ ਪਾਤ ਨੂੰ ਮੰਨਦੇ ਸੀ, ਸਤੀ ਪ੍ਰਥਾ ਨੂੰ ਮੰਨਦੇ ਸੀ, ਉਹ ਲੜਨਾ ਹੈ ਗੁਰੂ ਸਾਹਿਬ ਨਾਲ। ਤਾਂ ਮੈਂ ਕਹਿਣਾ ਵੀ ਜਦੋਂ ਜਿਹੜੇ ਬੰਦੇ ਨਾ ਗੁਰੂ ਸਾਹਿਬ ਦੀ ਉੱਥੇ ਗੱਲ ਸੁਣਾ ਰਹੇ ਸਟੇਜਾਂ 'ਤੇ, ਤੁਹਾਨੂੰ ਅੱਧੀ ਗੱਲ ਸੁਣਾ ਰਿਹਾ ਆਪਾਂ ਨੂੰ। ਗੁਰੂ ਸਾਹਿਬ ਜੇ ਅੱਜ ਵੀ ਗੁਰੂ ਸਾਹਿਬ ਆ ਜਾਣ ਨਾ, ਸੱਚ ਵੀ ਗੁਰੂ ਸਾਹਿਬ ਹੁੰਦੇ ਤਾਂ ਅੱਜ ਵੀ ਉਹਨਾਂ ਨੇ ਕਹਿਣਾ ਸੀ ਵੀ ਕਾਨੂੰਨ ਨੂੰ ਪੜ੍ਹੋ, ਕਾਨੂੰਨ ਨੂੰ ਸਮਝੋ, ਕਾਨੂੰਨ ਦੀ ਲੜਾਈ ਲੜੋ, ਅਗਲੇ ਦੇ ਕਾਨੂੰਨ 'ਚ ਮਾਰੋ। ਜੇ ਗਲਤ ਦੱਸੋ ਵੀ ਕਾਨੂੰਨ ਬਣਾਇਆ, ਦੱਸੋ ਦਲੀਲਾਂ ਦੀ ਲੜਾਈ। ਗੁਰੂ ਸਾਹਿਬ ਨੇ ਲੜਾਈ ਲੜੀ ਦਲੀਲਾਂ ਦੀ ਹੈ, ਹਥਿਆਰਾਂ ਦੀ ਲੜਾਈ ਤਾਂ ਜਿੱਦੇ ਅਗਲਾ ਲੜਨਾ ਉੱਦੇ ਲੜਨਾ। ਗੁਰੂ ਸਾਹਿਬ ਨੇ ਦਲੀਲ ਦੀ ਪਹਿਲਾਂ ਦਲੀਲ ਦਿੱਤੀ ਹੈ, ਪਹਿਲਾਂ ਗੁਰੂ ਸਾਹਿਬ ਨੇ ਵਿਚਾਰ ਪੈਦਾ ਕੀਤੀ ਹੈ, ਵਿਚਾਰ ਦਿੱਤੀ ਹੈ ਬੰਦੇ ਨੂੰ, ਵਿਚਾਰਧਾਰਾ ਦਿੱਤੀ ਹੈ, ਦੇ ਕੇ ਉਹਨੂੰ ਦੱਸਿਆ ਵੀ ਤੂੰ ਕਿਹਾ ਵੀ ਨਗਰ ਵਸਾ ਕੇ ਦਿਖਾਏ ਆ, ਇੱਕ ਚਲਾ ਕੇ ਵਿਖਾਇਆ ਸਾਰਾ ਕੁਛ। ਮੇਰਾ ਕਹਿਣ ਤੋਂ ਭਾਵ ਇਹ ਹੈ ਵੀ ਸਿਰਫ ਅੱਜ ਗੁਰੂਆਂ ਦੇ ਨਾਮ 'ਤੇ ਭੜਕਾਇਆ ਜਾ ਰਿਹਾ ਨਹੀਂ। ਗੁਰੂ ਸਾਹਿਬ ਨੇ ਇੱਕ ਸਿਸਟਮ ਖੜਾ ਕੀਤਾ ਆਪਣਾ, ਇੰਜ ਨਹੀਂ ਕੀਤਾ ਵੀ ਕਿਸੇ ਦੀ, ਜਿਵੇਂ ਅੱਜ ਕਹਿ ਲਈਏ ਵੀ ਕਿਸਾਨਾਂ ਦਾ ਐਜੀਟੇਸ਼ਨ ਹੋ ਰਿਹਾ, ਕਿਸਾਨ ਵਿਚਾਰੇ ਚਲੋ ਠੀਕ ਆ, ਬੰਦੇ ਉਹਨਾਂ ਨੇ ਮਿਹਨਤ ਕੀਤੀ ਆ, ਮਿਹਨਤ ਕਰਕੇ ਇੰਨਾ ਇਕੱਠ ਕਰਕੇ ਲੈ ਕੇ ਆਏ ਆ, ਅਤੇ ਬੰਦੇ ਵਿਚਾਰੇ ਜਿਹੜੇ ਮੇਰੇ ਤੇਰੇ ਅੱਗੇ ਉੱਠਦੇ ਆ ਅਤੇ ਲੈਕਚਰ ਦੇ ਕੇ ਆਪਦੀ ਗੱਲ ਹੀ ਰੁੜੀ ਜਾਂਦੀ ਹੈ। ਗੁਰੂ ਸਾਹਿਬ ਨੇ ਐ ਨਹੀਂ ਕੀਤਾ। ਗੁਰੂ ਸਾਹਿਬ ਨੇ 10 ਸਾਲ 10 ਜਾਮਿਆਂ ਦੇ ਵਿੱਚ 250-300 ਸਾਲ ਦਾ ਸਮਾਂ ਲਾ ਕੇ ਇੱਕ ਵੱਖਰੀ ਵਿਚਾਰਧਾਰਾ ਖੜੀ ਕੀਤੀ ਆ। ਉਹਦੇ ਪਿੱਛੇ ਇਹ ਨਹੀਂ ਕੀਤਾ ਵੀ ਲਿਖੀ ਨਹੀਂ ਗੱਲ ਗੁਰੂ ਸਾਹਿਬ ਨੇ ਗੁਰਬਾਣੀ 'ਚ, ਮੰਨੀ ਵੀ ਉਵੇਂ ਹੀ ਆ। ਸਾਡੇ ਸਾਹਮਣੇ ਇਤਿਹਾਸ ਪਿਆ ਸਾਡਾ। ਤਾਂ ਮੈਂ ਇਸ ਗੱਲ ਨੂੰ ਕਹਿੰਦਾ ਸੀ ਵੀ ਗੁਰੂ ਸਾਹਿਬ ਦਾ ਇਤਿਹਾਸ ਜਿਹੜੇ ਸੁਣਾਉਂਦੇ ਉਹ ਗਲਤ ਪਾਸੇ ਲੈ ਕੇ ਜਾ ਰਹੇ ਆ। ਚਾਹੀਦਾ ਵੀ ਇਹ ਵੀ ਗੁਰੂ ਸਾਹਿਬ ਨੇ ਤਾਂ ਇੱਕ ਸਿਸਟਮ ਕ੍ਰੀਏਟ ਕੀਤਾ, ਸਾਡੇ ਬੰਦੇ ਨੂੰ ਚਾਹੀਦਾ ਅਸੀਂ ਗੁਰੂ ਸਾਹਿਬ ਨੇ ਵੀ ਇੱਕ ਆਪਣਾ ਕੀਤਾ ਸਿਸਟਮ ਕ੍ਰੀਏਟ ਕੀਤਾ। ਗੁਰੂ ਸਾਹਿਬ ਨੇ ਨਗਰ ਚਲਾਏ ਆ। ਮਤਲਬ ਅੱਜ ਵੀ ਸਾਨੂੰ ਵੀ ਜੇ ਅਸੀਂ ਉਸ ਗੁਰੂ ਇਤਿਹਾਸ ਨੂੰ ਵੇਖਦੇ ਹਾਂ ਤਾਂ ਸਾਡੇ ਵਾਸਤੇ ਵੀ ਇੱਕ ਪ੍ਰੇਰਨਾ ਸਰੋਤ ਇਹ ਹੈ ਵੀ ਅਸੀਂ ਵੀ ਉਸ ਵਿਚਾਰਧਾਰਾ, ਜੋ ਗੁਰਬਾਣੀ ਵਿਚਾਰਧਾਰਾ ਸਾਡੇ ਕੋਲ ਦੇਖੀ ਗੁਰੂ ਸਾਹਿਬ ਨੂੰ ਸਮਝੀਏ, ਉਹਦੇ ਮੁਤਾਬਕ ਅਸੀਂ ਆਪਣੇ ਜੀਵਨ ਦੀ ਘਾਟ ਘੜੀ ਉਹਦੇ ਮੁਤਾਬਕ ਹੈ, ਨਾ ਕਿ ਇਹਦੇ ਵਾਸਤੇ ਵੀ ਸਾਡੇ ਜਿਹੜੇ ਬੰਦੇ ਉੱਥੇ ਬੈਠੇ
ਮਤਲਬ ਸਾਨੂੰ ਗੁਰੂ ਇਤਿਹਾਸ ਸੁਣਾਉਂਦੇ ਆ, ਇਤਿਹਾਸ ਸੁਣਾ ਕੇ ਸੁਣਾਉਂਦੇ ਵੀ ਇਤਿਹਾਸ ਸੁਣਾ ਕੇ ਸਾਨੂੰ ਭੜਕਾ ਰਹੇ, ਨਹੀਂ, ਉਹ ਨਹੀਂ ਗੱਲ ਹੈ ਗੁਰੂ ਸਾਹਿਬ ਨੇ ਆਪਣਾ ਮਤਲਬ ਕਹਿ ਲਓ ਵੀ ਇੱਕ ਸਿਸਟਮ ਬਣਾਇਆ, ਆਪਣੇ ਨਗਰ ਵਸਾਏ ਆ, ਚਲਾ ਕੇ ਵਿਖਾਏ ਆ, ਸਭ ਉਹ ਕੀਤਾ ਹੈ। ਚਲੋ ਮੈਂ ਤਾਂ ਕਿਹਾ ਵੀ ਜਿਹੜੇ ਬੰਦੇ ਸਾਨੂੰ ਇਤਿਹਾਸ ਖੁਦ ਪੜ੍ਹਨਾ, ਗੁਰਬਾਣੀ ਸਾਨੂੰ ਖੁਦ ਪੜ੍ਹਨੀ ਚਾਹੀਦੀ, ਸਾਨੂੰ ਪਤਾ ਲੱਗੇ ਵੀ ਗੁਰੂ ਸਾਹਿਬ ਦੀ ਸੋਚ ਕੀ ਆ। ਮੇਰਾ ਕਹਿਣ ਦਾ ਭਾਵ ਇਹ ਆ ਵੀ ਅਸੀਂ ਮਤਲਬ ਸਮਝੀਏ ਗੱਲ ਨੂੰ। ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।